बड़े भावपूर्त अंदाज विच आप नूं गुरबाणी कीर्तन सरवण करवा रहे सी। सुनो रे लोगा मैं प्रेम रस पायो रे। गुरु ग्रंथ साहिब एक एडा वड्डा अथाह समंदर है, जिंदगी दे हर पक्ष ते on every level of life we can get teachings from Guru Granth Sahib, we can get blessings from Guru Granth Sahib. So that is a marvelous, मतलब जिन्हों क्या जाए कि अमेज कर देने वाली चीज़ है। सो आओ इसे ही चलते प्रवाह दे विच बहुत थोड़े जे पल कुछ गुरु की बाणी की बात पावांगे। जितने कि जी हाजिर हो एक बार सब प्रेम फतेह जरूर बुलायो, कह देना जी वाहिगुरु जी का खालसा वाहिगुरु जी की फतेह। If anyone asks us what is the spiritual path of Sikhi, then according to Bani we are very clear, especially when we actually read our Nityanems Bani and Tau Prasad Swaiye. In those Swaiyes, Guru Gobind Singh Sahib is saying, रब नूं पाउण दा तरीका इक्को ही है, साच कहो सुन लिहो सब है, जिन प्रेम कियो तिन ही प्रभ पायो। ये गल बिल्कुल सच है, इहदे च कोई झूठ कोई लाग लपेट कुछ नहीं। आई एम टेलिंग यू अल्टीमेट ट्रुथ दैट जिन प्रेम कियो, जिन्हें प्रेम किया, जिन्हें प्यार स्नेहता उसनूं माणिया, उही असल च रब तक पहुंचेगा, उहदी रब तक रसाई होएगी। हुण इस बाबत जिहड़ी सिੱਖੀ ਦੀ ਗਲੋਰੀ ਅਸੀਂ ਲਿਖਦੇ ਹੈਗੇ ਆ, गुरु महाराज ने जिवें विवाहुता वरेगंढ की गल हो रही है, महाराज ने गृहस्थ जीवन नूं प्रधान दसिया। जे इफ वी ट्राई टू कंपेयर समटाइम ने पीपल totally give us superficial kind of messages when they try to translate Bani or try to compare things on different level। ਕਈ ਵਾਰ ਲੋਕ ਕਹਿੰਦੇ ਜੀ ਜੋ ਪੁਰਾਣੇ ਵੇਦਾਂ ਸ਼ਾਸਤਰਾਂ 'ਚ ਲਿਖਿਆ ਹੈਗਾ ਫਲਾਂ ਜਗ੍ਹਾ ਤੋਂ ਹੀ ਬਾਣੀ 'ਚ ਲਿਖਿਆ ਹੈਗਾ। ਸੌਰੀ ਟੂ ਸੇ ਵੈਰੀ ਰਿਸਪੈਕਟਡਫੁਲੀ ਵੇ ਨਾਲ ਮੈਂ ਗੱਲ ਕਰਦਾ, ਤੁਸੀਂ ਚੀਜ਼ ਨੂੰ ਸਹੀ ਪਰਸਪੈਕਟਿਵ ਵਿੱਚ ਨਹੀਂ ਦੇਖ ਰਹੇ। ਭਾਰਤੀ ਖਿੱਤੇ ਦੇ ਵਿੱਚ ਜਿਹੜੀ ਸਾਰੀ ਪੁਰਾਣੀ ਗੱਲ ਰਹੀ ਜਿਹਦੇ 'ਚ ਕਿਹਾ ਗਿਆ ਕਿ ਜੇ ਤੁਸੀਂ ਰੂਹਾਨੀ ਤੌਰ 'ਤੇ ਕੁਝ ਪ੍ਰਾਪਤ ਕਰਨਾ ਆ, ਵੈਰੀ ਫਸਟ ਸਟੇਜ ਇਜ਼ ਯੂ ਹੈਵ ਟੂ ਰਿਨਾਊਂਸ ਦਿਸ ਵਰਲਡ। ਤੁਹਾਨੂੰ ਸੰਸਾਰ ਤਿਆਗਣਾ ਪਏਗਾ। ਤੇ ਸੰਸਾਰ ਤਿਆਗਣ ਦਾ ਮਤਲਬ ਕੀ ਹੈ? ਵਿਵਾਹੁਤਾ ਜੀਵਨ ਛੱਡਣਾ ਪਏਗਾ, ਬੱਚੇ ਛੱਡਣੇ ਪੈਣਗੇ, ਕੰਮਕਾਰ ਛੱਡਣ, ਤਾਂ ਜਾ ਕੇ ਤੁਸੀਂ ਕਿਤੇ ਅਧਿਆਤਮੀ ਤਲ ਦੇ ਵਿੱਚ ਮੈਡੀਟੇਸ਼ਨ ਸਾਈਡ ਜਾਂ ਸਾਈਡ ਤੇ ਜਾ ਸਕੋਗੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਨਾ, ਸੱਚ ਇਹ ਹੈ। ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਰਾਹ ਹੀ ਇਹ ਚੂਜ਼ ਕਰਨਾ ਪੈਣਾ, ਤੁਹਾਨੂੰ ਪਾਥ ਹੀ ਇਹ ਚੂਜ਼ ਕਰਨਾ ਪੈਣਾ। ਆਪਾਂ ਲਾਵਾਂ ਦਾ ਪਾਠ ਹੀ ਪੜ੍ਹਦੇ ਹਾਂ। ਮਹਾਰਾਜ ਜੀ ਦੇ ਲਾਵਾਂ ਦੇ ਪਾਠ 'ਚ ਪਹਿਲੀ ਲਾਈਨ ਕੀ ਹੈ? ਗੁਰੂ ਰਾਮਦਾਸ ਸਾਹਿਬ ਕਹਿੰਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜ ਆਇਆ ਬਲਰਾਮ ਜੀਓ। ਪ੍ਰਵਿਰਤੀ ਇਹਦੇ ਆਪੋਜ਼ਿਟ ਵਰਡ ਪੜਦਾ ਨਿਰਵਿਰਤੀ। ਨਿਰਵਿਰਤੀ ਮੀਨ ਪੀਪਲ ਹੂ ਰਿਨਾਊਂਸ ਦਿਸ ਵਰਲਡ। ਜਿਵੇਂ ਮੌਂਕ ਬਣ ਜਾਂਦੇ ਨੇ, ਜਿਵੇਂ ਭਿਕਸ਼ੂ ਬਣ ਜਾਂਦੇ ਨੇ, ਉਹੋ ਜਿਹੇ ਲੋਕ ਜਿਹੜੇ ਨੇ। ਗੁਰੂ ਬਾਬਾ ਜੀ ਕਿਹਾ ਕਿ ਤੈਨੂੰ ਪ੍ਰਵਿਰਤ ਹੋਣਾ ਪੈਣਾ। ਯੂ ਹੈਵ ਟੂ ਫੋਲੋ ਦ ਪਾਥ ਆਫ ਮੈਰਿਡ ਲਾਈਫ, ਯੂ ਹੈਵ ਟੂ ਬਿਲੀਵ ਇਨ ਫੈਮਿਲੀ ਲਾਈਫ ਇਫ ਯੂ ਵਾਂਟ ਟੂ ਅਟੇਨ ਐਨੀ ਕਾਈਂਡ ਆਫ ਸਪਿਰਿਚੁਅਲਿਟੀ। ਸੋ ਬਚਨ ਆਇਆ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ। ਦਿਰੜਾਇਆ ਬੜਾ ਭਾਵਪੂਰਤ ਵਰਡ ਆ। ਇਹਦੇ 'ਚ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਂ ਤੈਨੂੰ ਸੁਝਾ ਰਿਹਾ, ਆਈ ਐਮ ਗਿਵਿੰਗ ਯੂ ਸੁਜੈਸ਼ਨ। ਜੇ ਤੈਨੂੰ ਮੰਨਿਆ ਤੈਨੂੰ ਲੱਗੇ ਤੇ ਤੂੰ ਇਸ ਪਾਸੇ ਚਲਾ ਜਾਈਂ। ਮਹਾਰਾਜ ਕਹਿੰਦੇ ਨਾ ਨਾ, ਇਹ ਸੁਝਾਓ ਨਹੀਂ ਹੈਗਾ, ਇਟਸ ਏ ਕਮਾਂਡ, ਆਰਡਰ ਹੈ ਤੇਰੇ ਵਾਸਤੇ। ਦ੍ਰਿੜਾਇਆ, ਤੈਨੂੰ ਲਾਜ਼ਮੀ ਇਸ ਰਾਹ 'ਤੇ ਜਾਣਾ ਪੈਣਾ। ਹੁਣ ਇਸ ਲੈਵਲ 'ਤੇ ਜਦੋਂ ਬਾਤ ਆਉਂਦੀ ਹੈ ਕਿ ਲਾਜ਼ਮੀ ਇਸ ਰਾਹ 'ਤੇ ਜਾਣਾ ਪੈਣਾ, ਫਿਰ ਬੰਦਾ ਕਈ ਵਾਰੀ ਸੋਚਦਾ ਹੈ, ਜਿਵੇਂ ਅੱਜ ਅਸੀਂ ਕੈਨੇਡੀਅਨ ਸੋਇਲ 'ਚ ਰਹਿ ਰਹੇ ਹੈਗੇ ਹਾਂ, ਇੱਥੇ ਤੁਸੀਂ ਸ਼ਾਇਦ ਇਸ ਬਾਬਤ ਹੈਰਾਨ ਵੀ ਹੋਵੋਗੇ ਕਿ ਪੀਪਲ ਹੂ ਬਿਲੀਵ ਇਨ ਮੈਰਿਡ ਲਾਈਫ, ਮੈਰਿਡ ਇੰਸਟੀਟਿਊਸ਼ਨ, ਦੇ ਆਰ ਇਨ ਮਿਨੋਰਿਟੀ ਓਵਰ ਹੇਅਰ ਇਨ ਕੈਨੇਡਾ। ਮੈਜੋਰਟੀ ਲੋਕ ਉਹ ਨੇ ਜਿਹੜੇ ਇਸ ਸੰਸਥਾ ਤੋਂ ਭੱਜ ਰਹੇ ਨੇ, ਨਕਾਰ ਰਹੇ ਨੇ। ਤੁਸੀਂ ਇਹ ਵੱਡੇ ਤੁਸੀਂ ਸੋਸ਼ਲ ਸਟਰਕਚਰ ਨੂੰ ਦੇਖੋ ਅਤੇ ਸੋਸ਼ੋਲੋਜੀ ਨੂੰ ਦੇਖੋ ਸਹੀ ਰੂਪ ਵਿੱਚ। ਇਹਨਾਂ ਨਾਰਥ ਅਮੈਰੀਕਨ ਹਾਲਤ ਦੇ ਵਿੱਚ ਲੋਕੀ ਤੇ ਜਿਹੜੇ ਸੋਸ਼ਲ ਡਾਕਟਰੀਨ ਰੱਖਦੇ ਨੇ ਉਹ ਤਾਂ ਬਹੁਤ ਕਹਿੰਦੇ ਅਲਾਰਮਿੰਗ ਸਾਈਨ ਅਸਲ ਦੇ ਸਾਡੇ ਵਾਸਤੇ। ਇਹ ਐਵੇਂ ਨਹੀਂ ਹੈਗਾ ਕਿ ਇੱਕ ਬੰਦਾ ਗਨ ਚੱਕਦਾ ਅਤੇ ਬਸ ਰੈਂਡਮਲੀ ਲੋਕਾਂ ਨੂੰ ਮਾਰਨ ਲੱਗ ਜਾਂਦਾ ਬਾਹਰ ਜਾ ਕੇ। ਤੁਸੀਂ ਦੇਖਦੇ ਹੋ ਕਾਰ ਚੱਕਦਾ ਐਵੇਂ ਕਿਸੇ 'ਤੇ ਚੜ੍ਹਾ ਦਿੰਦਾ। ਇਟਸ ਏ ਮੈਂਟਲ ਸਿਕਨੈਸ। ਸੁਸਾਇਟੀ ਮਾਨਸਿਕ ਤੌਰ 'ਤੇ ਬਿਮਾਰ ਹੋ ਰਹੀ ਹੈ ਅਤੇ ਬਿਮਾਰੀ ਦੀਆਂ ਜਿਹੜੀਆਂ ਜੜ੍ਹਾਂ ਨੇ ਇਹ ਕਿਤੇ ਫਿਜ਼ੀਕਲੀ ਜਾਂ ਕਿਸੇ, ਅੱਜ ਤਾਂ ਲੋਕ ਪੈਂਡੈਮਿਕ ਦੀ ਗੱਲ ਕਰ ਰਹੇ ਨੇ,
बस इस ਪੈਂਡੈਮਿਕ ਤੋਂ ਵੀ ਵੱਡੀ ਜਿਹੜੀ ਜਿਹਨੂੰ ਪੈਂਡੈਮਿਕ ਨਾ ਵੀ ਕਹੋ ਤੇ ਐਟਲੀਸਟ ਐਪੀਡੈਮਿਕ ਤੇ ਕਹੋਗੇ ਨਾ ਕਿ ਮੈਂਟਲ ਹੈਲਥ ਦਾ ਉਸ ਲੈਵਲ ਜਿਹੜਾ ਵਿਗੜ ਰਿਹਾ ਹੈਗਾ। ਮੈਂ KMH 'ਚ ਕੰਮ ਕਰਦਾ ਇੱਥੇ ਐਜ਼ ਅ ਸਪਿਰਿਚੁਅਲ ਐਸੋਸੀਏਟ ਲੰਬੇ ਸਮੇਂ ਤੋਂ, ਤੇ ਉੱਥੇ ਅਸੀਂ ਦੇਖਦੇ ਹੈਗੇ ਹਾਂ, ਸਾਡੇ ਕੋਲ ਡਾਟਾ ਇਹ ਕਹਿ ਰਿਹਾ ਕਿ 20% ਕੈਨੇਡੀਅਨ ਦੇ ਆਰ ਨੋਟ ਐਕਚੁਅਲੀ ਮੈਂਟਲੀ ਵੈਲ। ਮਤਲਬ ਇਹ ਜੇ ਮੈਂਟਲੀ ਵੈਲ ਨਹੀਂ ਦੈਟ ਮੀਨ ਸਿੱਖ ਨੇ, ਮਤਲਬ ਹਰ ਇੱਕ 5ਵਾਂ ਕੈਨੇਡੀਅਨ 20% ਆਫ ਪਾਪੂਲੇਸ਼ਨ ਇਸ ਤਰੀਕੇ ਨਾਲ ਮੰਨੋ। ਸੋ ਇੱਕ ਛੋਟਾ ਡਾਟਾ ਨਹੀਂ ਹੈਗਾ। ਤੇ ਇਹਦੇ ਪਿੱਛੇ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਸਭ ਤੋਂ ਵੱਡਾ ਤੁਹਾਡਾ ਜਿਹੜਾ ਕਿਹਾ ਜਾਏ ਟਰੀਟਮੈਂਟ ਸੈਂਟਰ, ਤੁਹਾਡਾ ਸਭ ਤੋਂ ਵੱਡਾ ਕਿਹਾ ਜਾਏ ਕਿਉਰਿੰਗ ਸੈਂਟਰ, ਤੁਹਾਡਾ ਸਭ ਤੋਂ ਵੱਡਾ ਸਪੋਰਟਿੰਗ ਸੈਂਟਰ, ਸਾਰਾ ਕੁਝ ਕੀ ਹੈ? ਤੁਹਾਡਾ ਪਰਿਵਾਰ, ਤੁਹਾਡੀ ਫੈਮਿਲੀ। ਜੇ ਤੁਹਾਡੀ ਫੈਮਿਲੀ ਲਾਈਫ ਹੈਲਦੀ ਹੈ, ਤੁਹਾਡੀ ਫੈਮਿਲੀ ਲਾਈਫ ਹੈਪੀ ਹੈ, if you are having actually very good family bond, then definitely ਤੁਸੀਂ ਸੋਸਾਇਟੀ 'ਚ ਕੰਟਰੀਬਿਊਟ ਕਰੋਗੇ। ਮੈਂ ਇਹਦੇ 'ਚ ਤੁਹਾਨੂੰ ਐਗਜ਼ਾਮਪਲ ਜੇ ਦੇਵਾਂ ਇਸ ਲੈਵਲ 'ਤੇ, ਐਗਜ਼ਾਮਪਲ ਇਸ ਤਰੀਕੇ ਨਾਲ ਬਣਦੀ ਹੈ, ਜਾਂ ਤੁਸੀਂ ਇਫ ਯੂ ਐਕਚੁਅਲੀ ਤੁਸੀਂ ਤੁਹਾਡੀ ਹੈ ਕੁਝ ਪੰਜਾਬੀ ਫਲੂਐਂਟ ਹੈਗੇ ਹੋ ਤੁਸੀਂ, ਅਤੇ ਪੰਜਾਬੀ 'ਚ ਕੁਝ ਪੜ੍ਹਨਾ ਚਾਹੁੰਦੇ ਹੋ, ਅਤੇ ਮੈਂ 2-4 ਕਿਤਾਬਾਂ ਤੁਹਾਨੂੰ ਦੱਸ ਦਿੰਦਾ ਵਾਂ, ਖੁਦ ਪੜ੍ਹ ਕੇ ਦੇਖਿਓ ਜੇ, ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਵਿਵਾਹੁਤਾ ਜੀਵਨ ਨੂੰ ਸੁੱਖ ਦੇ ਰੂਪ ਵਿੱਚ ਜੀਣਾ ਆ। ਇੱਕ ਹੈਗਾ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ, ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਬੁੱਕ ਆ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ। ਵੀ ਆਰ ਲਿਵਿੰਗ in modern age, in post-modern period, and people are saying if you love someone then you have to say out loud I love you, then other person can understand that you love or not, otherwise no one is brain reader. But in this particular book you can actually see, ਪਤਾ ਕੀ ਲਿਖਿਆ ਨਾਂ ਉਹਦਾ? ਚੁੱਪ ਪ੍ਰੀਤ ਦਾ ਸ਼ਹਿਨਸ਼ਾਹ। ਪ੍ਰੀਤ ਉਹ ਆ ਜਿਹਨੂੰ ਬੋਲਣ ਦੀ ਵੀ ਲੋੜ ਨਾ ਪਵੇ, ਜਿਹੜੀ ਬਿਨਾਂ ਬੋਲਿਆਂ ਪਤਾ ਲੱਗ ਜਾਏ। ਚੁੱਪ ਪ੍ਰੀਤ, ਬਿਨਾਂ ਬੋਲਿਆਂ। ਇਹ ਅੱਜ ਅਸੀਂ ਕਹਿੰਦੇ ਹਾਂ ਔਰਾ ਦੀ ਗੱਲ ਹੁੰਦੀ ਹੈ, ਲਾਅ ਆਫ ਅਟਰੈਕਸ਼ਨ ਦੀ ਗੱਲ ਹੁੰਦੀ ਹੈ। ਅੱਜ ਇੱਕ ਜਿਹੜੀ ਹੈਗੀ ਹੈ ਉਸ ਲੈਵਲ 'ਤੇ ਐਨਰਜੀ ਜਿਹੜੀ ਅੰਗੇਜਮੈਂਟ ਦੀ ਗੱਲ ਹੋ ਰਹੀ ਹੈ ਸਾਰੇ ਦੀ ਸਾਰੀ, ਇਸ ਸਾਰੇ ਦੇ ਉੱਤੇ ਉਹਨਾਂ ਨੇ ਬਾਤ ਲਿਖੀ ਹੈ। ਦੂਸਰਾ ਕਿਤਾਬ 'ਚ ਬੜੇ ਕਮਾਲ ਦਾ ਉਹ ਹੈਗਾ ਆ ਘਰ ਦਾ ਪਿਆਰ, ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਆ, ਕਮਾਲ ਦੀ ਚੀਜ਼ ਹੈ। ਉਹ ਕਹਿੰਦੇ ਅਸੀਂ ਘਰ ਸੋਚਦੇ ਹਾਂ ਘਰ ਕਿਵੇਂ ਬਣਦਾ ਆ, ਘਰ ਬਣਦਾ ਆ ਕੰਧਾਂ ਨਾਲ, ਦੀਵਾਰਾਂ ਨਾਲ, ਘਰ ਦੇ 'ਚ ਲੱਗੀ ਹੋਈ ਡੈਕੋਰੇਸ਼ਨ ਨਾਲ, ਇੰਟੀਰੀਅਰ ਤੇ ਐਕਸਟੀਰੀਅਰ ਵਧੀਆ ਹੋਣ ਤਾਂ। ਉਹ ਕਹਿੰਦੇ ਨਹੀਂ, ਘਰ ਬਣਦਾ ਘਰ ਵਿੱਚ ਰਹਿਣ ਵਾਲੇ ਜੀਆਂ ਦੇ ਨਾਲ, ਜਿਹੜੇ ਘਰ ਦੇ ਵਿੱਚ ਮੈਂਬਰਸ ਰਹਿ ਰਹੇ ਨੇ। ਫਿਰ ਇਹ ਵੀ ਹੈ ਸੁਸਾਇਟੀ ਹੈਲਦੀ ਕਿਵੇਂ ਹੋ ਸਕਦੀ ਹੈ? ਤੁਹਾਡੇ ਵਿੱਚੋਂ ਸ਼ਾਇਦ ਕੁਝ ਹੀ ਲੋਕ ਜਿਹੜਾ ਹੈਗਾ ਆ ਨਾਰਥ ਅਮਰੀਕਾ ਦੇ ਕੁਝ ਕੰਟਰੀਜ਼, ਸਾਊਥ ਅਮਰੀਕਾ ਦੇ ਕੁਝ ਕੰਟਰੀਜ਼ ਨੇ, ਉੱਥੇ ਤੁਸੀਂ ਕਦੀ ਟਰੈਵਲ ਕਰਨ ਵਾਸਤੇ ਗਏ ਹੋਵੋ, ਖਾਸ ਕਰਕੇ ਕੁਝ ਕਮਿਊਨਿਸਟ ਕੰਟਰੀਜ਼ ਹੈਗੀਆਂ ਨੇ, ਬੜੀ ਮਤਲਬ ਇੰਨੇ ਜ਼ਿਆਦਾ ਰਿਸੋਰਸਿਸ ਨਹੀਂ ਹੈਗੇ। ਜਿਵੇਂ ਕਿਊਬਾ ਆ, ਮਤਲਬ ਅਮਰੀਕਾ ਦਾ ਬੈਕਯਾਰਡ ਆ, ਅਤੇ ਸਾਰੀ ਉਮਰ ਅਮਰੀਕਨ ਕੈਪੀਟਲਿਸਟ ਸੁਸਾਇਟੀ ਉਹਦੀ ਬਰਖਲਾਫਤ ਕਰਦੀ ਰਹੀ ਹਰ ਲੈਵਲ 'ਤੇ। ਮਤਲਬ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜਿੰਨੀ ਜ਼ਿਆਦਾ ਬਰਖਲਾਫਤ ਅਮਰੀਕਾ ਨੇ ਕੀਤੀ ਉਹਦੀ। ਉਹਨਾਂ ਦੇ ਕੋਲ ਈਵਨ ਮਤਲਬ ਕੱਪੜੇ ਧੋਣ ਵਾਸਤੇ ਸਾਬਣ ਵੀ ਮੁਹੱਈਆ ਨਹੀਂ ਸੀ ਹੁੰਦਾ ਕਈ ਵਾਰੀ, ਇਸ ਕਿਸਮ ਦਾ ਹਾਲਾਤ ਰਹੇ। ਪਰ ਜੇ ਤੁਸੀਂ ਦੇਖੋ ਹੈਲਥ ਵਾਈਜ਼ ਜਾਂ ਦੁਨੀਆ ਭਰ ਦੇ ਵਿੱਚ ਅੱਜ ਅਸੀਂ GMO ਪ੍ਰੋਡਕਟਸ ਦੇ ਨਾਲ ਡੀਲ ਕਰ ਰਹੇ ਹਾਂ, ਜੈਨੇਟਿਕਲੀ ਮੋਡੀਫਾਈਡ ਪ੍ਰੋਡਕਟਸ, ਜਿਹੜਾ ਕੈਂਸਰ ਸਭ ਚੀਜ਼ਾਂ ਵੱਧ ਰਹੀਆਂ ਨੇ, ਇਹਦਾ ਵੱਡੀ ਅਲਾਮਤ ਇੱਥੋਂ ਆ ਰਹੀ ਹੈ। ਪੰਜਾਬ ਵਿੱਚ ਲੋਕ ਕਹਿੰਦੇ ਔਰਗੈਨਿਕ ਖੇਤੀ ਕਰਾਂਗੇ, ਔਰਗੈਨਿਕ ਖੇਤੀ ਕਾਹਦੇ ਨਾਲ ਕਰੋਗੇ? ਔਰਗੈਨਿਕ ਬੀਜ ਹੀ ਕੋਈ ਨਹੀਂ ਹੈਗਾ, ਡਨ ਆਲਮੋਸਟ ਸਭ ਚੀਜ਼ਾਂ ਜਿਹੜੀਆਂ ਉਸ ਤਰੀਕੇ ਨਾਲ ਹੋ ਚੁੱਕੀਆਂ ਨੇ। ਜੇ ਕਿਤੇ ਹੈਗਾ ਬਿਲਕੁਲ ਉਸ ਲੈਵਲ 'ਤੇ, ਉਹ ਇਹਨਾਂ ਕੋਲ ਹੈ ਇੱਥੇ। ਅਤੇ ਇੱਥੇ ਰੀਜ਼ਨ ਕੀ ਹੈ? ਵੱਡੇ ਲੈਵਲ 'ਤੇ ਤੁਸੀਂ ਦੇਖੋਗੇ ਉਸ ਸੁਸਾਇਟੀ ਦੇ ਵਿੱਚ, ਮੈਂ ਤਾਂ ਬੜਾ ਕਲੋਜ਼ ਬਾਏ ਉਹਨਾਂ ਲੋਕਾਂ ਨੂੰ ਜਾ ਕੇ ਸਟੱਡੀ ਕੀਤਾ, ਅਤੇ ਵੱਡਾ ਰੀਜ਼ਨ ਇਹੋ ਹੀ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਇਤਫਾਕੀਅਤ ਆ, ਸਾਂਝ ਆ, ਸਨੇਹਤਾ ਆ, ਖਲੂਸ ਆ, ਮੁਹੱਬਤ ਆ। ਤੁਸੀਂ ਕਦੀ ਗੁਰੂ ਸਾਹਿਬ ਦੀ ਬਾਣੀ ਦਾ ਜਿਹੜਾ ਹੈਗਾ ਰੰਗ ਦੇਖੋ ਕੈਸਾ ਆ। ਸਾਡੇ ਕਲਚਰ ਦੇ ਵਿੱਚ ਵਿਆਹ ਆ, ਵਿਆਹ ਤੋਂ ਪਹਿਲਾਂ ਕੁੜਮਾਈ ਹੈ, ਕੁੜਮਾਈ ਦੇ ਵਿੱਚ 2 ਪਰਿਵਾਰ ਕੰਟਰੀਬਿਊਟ ਕਰਦੇ ਨੇ, ਕੁੜਮ ਬਣਦੇ ਨੇ, ਕੁੜਮਾਚਾਰੀ ਬਣਦੀ ਹੈ, ਫਿਰ ਜਾ ਕੇ ਗੁਰਬਾਣੀ ਦਾ ਸੰਦੇਸ਼ ਉਹਦੇ ਨਾਲ ਹੀ ਸ਼ੁਰੂ ਹੋ ਜਾਂਦਾ, ਉਸ ਅੰਗੇਜਮੈਂਟ ਦੇ ਨਾਲ ਹੀ। ਮੈਂ ਤਾਂ ਬੱਚਿਆਂ ਨੂੰ ਕਈ ਵਾਰੀ ਪ੍ਰੀ ਮੈਰਿਟਲ ਕਾਉਂਸਲਿੰਗ ਕਰਦਾ, ਮੈਂ ਕਈ ਵਾਰਿਆਂ ਤੋਂ ਬੱਚਿਆਂ ਨੂੰ ਕਈ ਵਾਰੀ ਉਸ ਤਰੀਕੇ ਨਾਲ ਜਿਹੜਾ ਹੈਗਾ ਅੰਗੇਜ ਕਰਨ ਵਾਸਤੇ, ਅਤੇ ਮੈਂ ਉਹਨਾਂ ਨੂੰ ਇਹਨਾਂ ਸ਼ਬਦਾਂ ਨੂੰ ਪੜ੍ਹਨ ਵਾਸਤੇ ਕਹਿੰਦਾ। ਮੈਂ ਕਹਿੰਦਾ ਸ਼ਬਦ ਪੜ੍ਹੋ, ਜਿਵੇਂ ਆਇਆ ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀ, ਇਹ ਸ਼ਬਦ ਪੜ੍ਹੋ ਮੇਰੇ ਨਾਲ। Sometimes they recite, and then afterward I ask them, okay, do you get what Maharaj is saying here? No, Bhai Sahab, we didn't get it. Or what was the message? Message ਕੀ ਸੀਗਾ? ਮੈਸੇਜ ਇਹ ਸੀਗਾ ਸਤ ਸੰਤੋਖ ਕਰ ਪਾਓ, ਰਿਸ਼ਤਾ ਸੱਤ 'ਤੇ ਖੜਾ ਕਰੋ।
सत ते मीन बिल्कुल ट्रुथफुलनेस, इंटीग्रिटी जिन्हों कहने हैं असी। जे दो इंडिविजुअल्स they have attained their integrity, they are very actually clear and soft go on a one page, then definitely they can develop it one destiny for each other. इथों नेक्स्ट स्टैप आना हैगा, ਇਹਦੀ बड़ी पहले लैवल ਤੇ बात की जाए। फिर कई बार ये भी ਹੁੰਦਾ आ, मैं माफ़ी चाहांगा पर सच है जो ਜਦੋਂ ਵਰੇਗੰਢ ਸੈਲੀਬ੍ਰੇਸ਼ਨ ਹੁੰਦੀ ਹੈ ਖਾਸ ਕਰਕੇ मैरिज एनिवर्सरी लोग सैलीब्रेट करते हैं, ਜਿਹੜਾ हैप्पीएस्ट परसन शायद उस पूरे हॉल में हो सकता है वो शायद मैं होवांगा, बिकॉज मैनू लगातार काउंसलिंग जाते समा हो गया किन्ने समय तो मैं देख रहा कि फैमिलीज़ किसी क्वारलिंग हो रही है, किस किस्म के इशूज़ आ रहे हैं। सो सारिਆਂ ਨੂੰ ਅਸੀਂ काउंटर किवें कर सकते हैं। मैं ਇੱਕੋ ਲੈਵਲ ਤੇ बात करके वाइंड अप कर देना। सत संतोख, two individuals are actually they are in a relationship, they are married, they are enjoying their life, all these things are happening, but at the same time मैं उन्हें कहना ask yourself why are you in this relationship, क्यों है तुस रिश्ते दे विच। इस करके क्योंकि सैकेंड परसन मेरा जिहड़ा पार्टनर है मेरी केयर करदा आ, मैनू मेरा ध्यान रखदा आ, मेरे लिए जॉब करदा रहा, ब्रेड विनर रहा, all these things, those all things are selfish। जे बाणी के मुताबिक देखा जाए वाई आर यू एक्चुअली इन रिलेशनशिप, दैन डेफिनेटली अपने अंदर देख तेरे कोल बहुत कुछ देने वास्ते होना चाहिए है, तेरे कोल दूसरे वास्ते रिस्पैक्ट होनी चाहिए है, प्यार होना चाहिए है, लॉट्स ऑफ सैटिस्फैक्शन कंटेंटमेंट होना चाहिए, संतोख, मंग होए कोई ना जस्ट देना ही होए, यही प्रेम है। इस चीज़ ਨੂੰ ਇਹਨੂੰ ਕਿਹਾ ਸੀਗਾ ਸੁਨਰੇ ਲੋਗਾ ਮੈਂ ਪ੍ਰੇਮ ਰਸ ਪਾਇਆ ਉਰੇ। ਫਿਰ ਇਹਦਾ ਰਸ ਆ ਜਿਹੜਾ ਇਹਦੇ ਚ ਜਦੋਂ ਬੰਦਾ ਇਸ ਲੈਵਲ ਤੇ ਜੀਂਦਾ ਆ, ਹੋਰ ਰੱਬ ਕਿਸੇ ਨੇ ਨਹੀਂ ਵੇਖਿਆ, ਰੱਬ ਇਹਦੇ ਵਿੱਚ ਹੀ ਹੈ। ਇਹਦੇ ਵਿੱਚੋਂ ਜਿਹੜੀ ਤੁਹਾਡੀ ਈਵਨ ਅਸੀਂ ਅੱਜ ਕੱਲ ਕੈਮੀਕਲ ਬੇਸ ਸਾਰੀ ਸਟੱਡੀਜ਼ ਆ ਗਈਆਂ ਨੇ ਸਾਡੇ ਕੋਲ ਫਾਰਮਾਕੋਲੋਜੀਕਲ ਸਾਈਟਸ ਤੋਂ, ਜਦੋਂ ਲੋਕ ਸ਼ਰਾਬ ਪੀਂਦੇ ਨੇ, ਨਸ਼ਾ ਕਰਦੇ ਨੇ, ਇੱਕ ਖਾਸ ਤਰ੍ਹਾਂ ਦਾ ਕੈਮੀਕਲ ਜਿਹੜਾ ਰਿਲੀਜ਼ ਹੁੰਦਾ ਸਾਡੇ ਬ੍ਰੇਨ ਵਿੱਚੋਂ ਜਿਹਨੂੰ ਅਸੀਂ ਡੋਪਾਮਾਈਨ ਕਹਿੰਦੇ ਆ। ਡੋਪਾਮਾਈਨ ਦੀ ਰਿਪਲੇਸਮੈਂਟ ਕੋਈ ਨਹੀਂ ਹੈਗੀ, ਪਰ ਜਦੋਂ ਬੰਦਾ ਇਸ ਲੈਵਲ ਤੇ ਲਾਈਫ ਨੂੰ ਜੀਣ ਲੱਗ ਜੇ, ਜਿਹੜੇ ਕੈਮੀਕਲਸ ਬ੍ਰੇਨ ਪ੍ਰੋਡਿਊਸ ਕਰਦਾ ਹੈ ਉਹ ਡੋਪਾਮਾਈਨ ਦੀ ਰਿਪਲੇਸਮੈਂਟ ਹੋ ਜਾਂਦਾ ਹੈ। ਬੈਸਟ ਅੰਦਰ ਦੀ ਕੈਮਿਸਟਰੀ ਬਦਲ ਜਾਂਦੀ ਹੈ, ਬੰਦਾ ਇੱਕ ਨੈਕਸਟ ਲੈਵਲ ਤੇ ਆ ਜਾਂਦਾ ਹੈਗਾ। ਸੋ ਇਹ ਹੈ ਜੀਵਨ ਦਾ ਅਸਲ ਅਹਿਸਾਸ ਤੇ ਅਸਲ ਰਸ ਜੋ ਇੰਡੀਵਿਜੂਅਲ ਸੇ ਵਿਵਾਹਤਾ ਜੀਵਨ ਵਿੱਚੋਂ ਮਾਣ ਸਕਦੇ ਨੇ। ਗੁਰਬਾਣੀ ਗੁਰਮਤਿ ਸਕੂਲ ਆਫ ਥਾਟ ਸਾਨੂੰ ਇਹਦੇ ਬਾਰੇ ਇਸ ਤਰੀਕੇ ਦੀ ਇੰਸਪੀਰੇਸ਼ਨ ਦਿੰਦਾ ਹੈਗਾ। ਮੈਂ ਦਿਲੀ ਤੌਰ ਤੇ ਇਹਨਾਂ ਨੂੰ ਕਪਲ ਨੂੰ ਵਧਾਈ ਦਿੰਦਾ ਇਸ ਐਨੀਵਰਸਰੀ ਦੇ ਉੱਤੇ। ਨਾਲ ਹੀ ਮਾਲਕ ਦੇ ਚਰਨਾਂ 'ਚ ਅਰਦਾਸ, ਜਿਵੇਂ ਬੱਚੇ ਨੂੰ ਤੰਦਰੁਸਤੀ ਮਿਲੀ ਹੈ, ਮਾਲਕ ਪਰਿਵਾਰ ਨੂੰ ਚੜ੍ਹਦੀ ਕਲਾ ਦੇਵੇ, ਬੱਚੇ ਨੂੰ ਚੜ੍ਹਦੀ ਕਲਾ 'ਚ ਰੱਖੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਅੱਗੇ ਪ੍ਰੋਗਰਾਮ 'ਤੇ ਹਾਜ਼ਰੀ ਇਸ ਕਰਕੇ ਟਾਡੀ ਵੀਰ ਅਗਲਾ ਸਮਾਗਮ ਤੁਹਾਨੂੰ ਸਰਵਨ ਕਰਵਾਉਣਗੇ। ਮੈਨੂੰ ਇੱਥੇ ਇਜਾਜ਼ਤ ਦੇ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।